आप भुखे रह जो बकरियां नहीं भुखियां रहन देनियां भावें किसी दी ढूई कुट गई पे। अच्छा मोक लग जाए बीमारी ये होवे मोक दी सौंफ होवे अच्छा पी लवे अच्छा ते पक्की लस्सी जिहड़ी आपां चाटी वाली पीने आ। बिस्मिल्लाहिर्रहमानिर्रहीम अस्सलामु अलैकुम नाजरीन। पत्तोकी में एक खूबसूरत नहर के किनारे आबाद एक सादा से मगर बड़े गोट फार्म में मौजूद हैं। आज आपको मिलवाएंगे एक बूढ़े गोट फार्मिंग मास्टर से जो आज भी रोज़ाना हज़ारों का दूध और सालाना लाखों के आला नस्ल के जानवर सेल करते हैं। वीडियो के आगाज़ से पहले चैनल पर पहली दफ़ा आने वाले दोस्तों से दरख्वास्त है कि सब्सक्राइब बटन दबाकर घंटी का निशान दबा दें ताकि फार्मिंग पर बनने वाली हर नई वीडियो की इत्तला आप तक बर वक़्त पहुँच सके। तो चलें आज की वीडियो शुरू करते हैं। अस्सलामु अलैकुम। वालेकुम सलाम। चाचा जान की हाल चाल है? अल्लाह दा शुक्र है जी। चाचा जान की ना अपना? मोहम्मद हुसैन। चाचा मोहम्मद हुसैन असी इस टाइम किहड़ी जगह ते खड़े हैं? खान के मोड़ तहसील फूल नगर पत्तो की। हाँ। अच्छा चाचा जान ए दस्या जे कि इस टाइम किनियां बकरियां रखियां जाए? साढ़े कोल है 70-80 बकरियां। माशाल्लाह। ते किन्ने अरसे तो बकरियां दा काम कर रहे हो? ਅਸੀਂ बचपन तो ही करने हैं जी। बचपन तो? हाँ जी। ਜ਼ਬਰਦਸਤ ਹੈ। ਦਾ ਮਤਲਬ ਫਿਰ ਤਾਂ ਤੁਸੀਂ ਬੱਕਰੀਆਂ ਦੇ ਬਾਰੇ ਚ ਕਾਫੀ ਜਾਣਦੇ ਹੋਵੋਗੇ। हाँ जी। ਇਸ ਟਾਈਮ ਤੁਹਾਡੇ ਕੋਲ ਬੱਕਰੀਆਂ ਦੀ ਕਿਹੜੀ ਨਸਲ ਹੈ? ਅੰਮ੍ਰਿਤਸਰੀ ਵੀ ਹੈ ਦੇਸੀ ਵੀ ਨੇ। ਅੰਮ੍ਰਿਤਸਰੀ ਦੇਸੀ और ਨਮੋਚ। हाँ जी। ਨਮੋਚ यानी दोगलियां। हाँ जी। ठीक है। ਤੁਸੀਂ ਸਭ ਤੋਂ ਬਿਹਤਰੀਨ ਨਸਲ ਕਿਹਨੂੰ ਪਾਉਂਦੇ ਹੋ? ਅੰਮ੍ਰਿਤਸਰੀ। ਕਿਉਂ? ਉਹ ਸਹੀ ਹੈ ਨਸਲ। ਦੁੱਧ ਜ਼ਿਆਦਾ ਦਿੰਦੀ ਹੈ ਜਾਂ ਗੋਸ਼ਤ ਬਹੁਤਾ ਕਰਦੀ ਹੈ? ਦੁੱਧ ਵੀ ਜ਼ਿਆਦਾ ਗੋਸ਼ਤ ਵੀ ਜ਼ਿਆਦਾ। ਅੱਛਾ ਹਾਂਜੀ। ਤੇ ਬੱਚੇ ਵੀ ਜ਼ਿਆਦਾ ਦਿੰਦੀ ਹੈ? ਹਾਂਜੀ ਬੱਚੇ ਤਾਂ ਦੋ ਦਿੰਦੀਆਂ ਨੇ ਜੀ ਸਾਰੀਆਂ। ਹਾਂਜੀ ਕੋਈ 2 ਦੇ ਤੇ ਕਿਸੇ 3 ਦੇ ਤੇ ਕਿਸੇ 1 ਦੇ ਤਾ। 2 ਦਫਾ ਸੂਣ ਚ ਹਾਂਜੀ ਲਗਾਤਾਰ ਕਿੰਨਾ ਟਾਈਮ ਲੈ ਜਾਂਦੀ ਹੈ ਅੰਮ੍ਰਿਤਸਰੀ? ਸਾਲ ਲੈ ਜਾਂਦੀ। 2 ਦਫਾ ਸੂਣ ਚ? ਹਾਂਜੀ। ਤੇ ਨਮੋਚੜ? ਉਹ ਵੀ ਇਸ ਤਰ੍ਹਾਂ ਹੀ। ਇਸ ਤਰ੍ਹਾਂ ਹੀ? ਹਾਂਜੀ। ਕਿਆ ਤੁਸੀਂ ਸਾਲ ਚ 2 ਸੂਬੇ ਲੈਂਦੇ ਹੋ ਜਾਂ 1? ਕਈ 2 ਦੇ ਦਿੰਦੇ ਨੇ ਕਈ 1 ਦੇ ਦਿੰਦੇ। ਨਹੀਂ ਮਤਲਬ ਸਾਲ ਚ ਤੁਸੀਂ 2 ਦਫਾ ਬੱਕਰੀ ਸਵਾਉਂਦੇ ਹੋ ਜਾਂ 1 ਦਫਾ ਸਵਾਉਂਦੇ? ਅਸੀਂ 1 ਦਫਾ ਸਵਾਉਂਦੇ। ਤੁਸੀਂ ਪਹਿਲੇ ਕਿਹਾ ਸੀ ਕਿ 2 ਦਫਾ ਸੂ ਜਾਂਦੀ ਹੈ ਲੇਕਿਨ ਤੁਸੀਂ 1 ਦਫਾ ਸਵਾਉਂਦੇ ਹੋ। ਹਾਂਜੀ। ਉਹ ਜਿਹੜੀ ਨਾ ਰੋਕੀਏ ਬੱਕਰੇ ਨੂੰ ਵੀ ਝੱਲੀ ਝੁੱਲੀ ਨਾ ਲਾਈਏ ਉਹ 2 ਦਫਾ ਵੀ ਸੂ ਜਾਂਦੀ ਹੈ। ਉਹ ਆਪਦੇ ਲਾਲਚ ਨੂੰ ਵੀ ਦੁੱਧ ਦਾ ਗਰਮੀ ਚ ਫਿਰ ਦੁੱਧ ਚੋਈਦਾ ਇਹਨਾਂ ਦਾ ਦੁੱਧ ਹੀ ਨੂੰ ਦੇਈਦਾ। ਅੱਛਾ। ਹਾਂਜੀ। ਇਹਨਾਂ ਦਾ ਦੁੱਧ ਵੀ ਵੇਚਦੇ ਹੋ? ਹਾਂਜੀ। ਦਿਹਾੜੀ ਚ ਕਿੰਨਾ ਦੁੱਧ ਦੇ ਦਿੰਦੇ ਹੋ? ਦਿਹਾੜੀ ਦਾ ਦੁੱਧ ਇਹਨਾਂ ਦਾ 20 ਕਿਲੋ ਦੇਈਦਾ। 20 ਕਿਲੋ? ਹਾਂਜੀ। ਮਾਸ਼ਾਅੱਲਾ। ਕਿਸ ਰੇਟ ਤੋਂ? 2800 ਦਾ 20 ਕਿਲੋ? ਹਾਂਜੀ। ਮਨ ਦੁੱਧ ਹੁੰਦਾ 2800 ਦਾ ਮਨ ਦਿੰਦੇ ਹੋ ਤੇ ਦਿਨ ਦਾ ਤੁਸੀਂ 20 ਕਿਲੋ ਦਿੰਦੇ ਹੋ? ਹਾਂਜੀ। ਅੱਛਾ ਚਾਚਾ ਜਾਨ ਦੁੱਧ ਤੋਂ ਇਲਾਵਾ ਕਿਆ ਈਦ ਤੇ ਬੱਕਰੇ ਵੀ ਸੇਲ ਕਰਦੇ ਹੋ? ਹਾਂਜੀ। ਕਿੰਨੇ ਕੁ ਬੱਕਰੇ ਸੇਲ ਹੋ ਜਾਂਦੇ ਨੇ? ਇਹਨਾਂ ਬੱਕਰੀਆਂ ਦੇ ਹੀ ਹੋ ਜਾਂਦੇ ਨੇ 15-20 ਹੋ ਜਾਂਦੇ ਨੇ। ਕਿੰਨੇ ਪੈਸੇ ਮਿਲ ਜਾਂਦੇ ਨੇ? ਉਹ ਲੱਗੀ ਠੱਗੀ ਹੋ ਜਾਂਦੀ 5-7 ਲੱਖ ਰੁਪਈਆ ਇਕੱਠਾ ਹੋ ਜਾਂਦਾ। ਕੋਈ 50 ਦਾ ਕੋਈ 40 ਦਾ ਕੋਈ 30 ਦਾ ਕੋਈ 25 ਦਾ ਵੀ। ਯਾਨੀ 5 ਤੋਂ 7 ਲੱਖ ਦੇ ਤੁਸੀਂ ਬੱਕਰੇ ਵੀ ਹਰ ਸਾਲ ਫਰੋਖਤ ਕਰ ਲੈਂਦੇ ਹੋ ਜੀ। ਰੋਜ਼ਾਨਾ ਦਾ 20 ਕਿਲੋ ਦੁੱਧ ਵੀ ਸੇਲ ਕਰ ਲੈਂਦੇ ਹੋ? ਹਾਂਜੀ। ਇਸ ਤੋਂ ਇਲਾਵਾ ਕਿਆ ਪੱਠਾਂ ਵੀ ਸੇਲ ਕਰਦੇ ਹੋ? ਨਹੀਂ ਜੀ ਪੱਠਾਂ ਨਹੀਂ ਅਸੀਂ ਸੇਲ ਕੀਤੀ। ਤੇ ਪੱਠਾਂ ਅਗਰ ਸੇਲ ਨਹੀਂ ਕਰਦੇ ਤੇ ਤੁਸੀਂ ਕਾਫੀ ਅਰਸੇ ਤੋਂ ਬੱਕਰੀਆਂ ਰੱਖੀਆਂ ਨੇ ਫਿਰ ਤੇ ਬਹੁਤ ਜ਼ਿਆਦਾ ਹੋ ਜਾਣੀਆਂ ਚਾਹੀਦੀਆਂ ਨੇ। ਉਹ ਵਿੱਚੋਂ ਦੇ ਲੈ ਲਈਦੀਆਂ ਨੇ ਜਦੋਂ ਕੋਈ ਲੋੜ ਹੋਵੇ ਉਦੋਂ ਵੇਚ ਲਈਦੀਆਂ ਨੇ ਅੱਗੇ ਪਿੱਛੇ। ਤੋਂ ਹੀ ਮੈਂ ਪੁੱਛ ਰਿਹਾ ਨਾ ਕਿ ਸਾਲ 'ਚ ਕਿੰਨੀ ਕਿਆ ਸੇਲ ਕਰ ਲੈਂਦੇ ਹੋ? ਉਹ ਵੀ ਹੋ ਜਾਂਦੀਆਂ ਕੋਈ 2-2.5 ਲੱਖ ਦੀ 3 ਲੱਖ ਦੀ। 3 ਲੱਖ ਦੀਆਂ ਪੱਠਾਂ 7 ਲੱਖ ਦਾ ਤੁਹਾਡੇ ਬੱਕਰੇ ਤੇ ਇਸ ਤੋਂ ਇਲਾਵਾ 20 ਕਿਲੋ ਦਾ ਰੋਜ਼ਾਨਾ ਦੁੱਧ ਵੀ ਤੁਸੀਂ ਇਹਨਾਂ ਤੋਂ ਹਾਸਲ ਕਰ ਰਹੇ ਹੋ। ਹਾਂਜੀ। ਇਹ ਤੇ ਤੁਹਾਡੇ ਮੁਨਾਫੇ ਹੋ ਗਏ। ਹੁਣ ਦੱਸੋ ਕਿ ਸੰਭਾਲਦੇ ਕਿੰਨੇ ਬੰਦੇ ਹੋ? 3 ਜਣੇ। 3 ਜਣੇ? 3 ਜਣੇ ਸੰਭਾਲਦੇ ਹੋ ਤੇ ਇਸ ਤੋਂ ਇਲਾਵਾ ਹੋਰ ਇਹਨਾਂ ਉੱਤੇ ਕੀ ਕੀ ਖਰਚ ਕਰਦੇ ਹੋ ਤੁਸੀਂ? ਖਰਚ ਕੁਛ ਵੀ ਨਹੀਂ ਕਰਦੇ ਬਾਹਰ ਦੀ ਚਰਾਈ ਦਾ ਹੀ। ਬਾਹਰ ਦੀ ਚਰਾਈ ਦੇ? ਹਾਂਜੀ। ਉਂਝ ਟੀਕਾ ਦਵਾਈ ਜਦੋਂ ਕੋਈ ਡਿੱਗ ਢਹਿ ਪੈਂਦੀ ਟੀਕਾ ਦਵਾਈ ਦੀ। ਅੱਛਾ। ਹਾਂਜੀ। ਡਿੱਗ ਢਹਿ ਪੈਣ ਤੋਂ ਬਿਮਾਰੀ ਹੋ ਜਾਏ ਤੇ ਫਿਰ ਦਵਾਈ ਦੀ ਨਹੀਂ ਤਾਂ ਕੋਈ ਨਹੀਂ ਬਾਹਰ ਦੇ ਚਰੇ ਦੇ ਹੀ ਹੁੰਦੀਆਂ ਨੇ। ਤੇ ਜੇ ਬਾਰਿਸ਼ ਹੋਏ ਤੇ ਫੇਰ ਕਿਸ ਤਰ੍ਹਾਂ ਚਰਾਉਂਦੇ ਹੋ? ਫਿਰ ਵੀ ਜਦੋਂ ਖਲੋ ਜਾਂਦੀ ਉਦੋਂ ਚਰਾਵਣ ਲੈ ਜਾਈਦੀਆਂ ਨੇ ਨਹੀਂ ਤਾਂ ਖਲੀਆਂ ਰਹਿੰਦੀਆਂ ਨੇ। ਤੇ ਲਗਾਤਾਰ ਭੁੱਖੀਆਂ ਰਹਿਣ ਨਾਲ ਕੋਈ ਮਸਲਾ ਨਹੀਂ ਹੁੰਦਾ? ਭੁੱਖੀਆਂ ਰਹਿਣ ਹੀ ਨਹੀਂ ਦੇਈਦੀਆਂ। ਅੱਛਾ। ਆਪ ਭੁੱਖੇ ਰਹਿ ਜੋ ਬੱਕਰੀਆਂ ਨਹੀਂ ਭੁੱਖੀਆਂ ਰਹਿਣ ਦੇਣੀਆਂ ਭਾਵੇਂ ਕਿਸੇ ਦੀ ਢੂਈ ਕੁੱਟ ਗਈ ਪੈ। ਅੱਛਾ। ਕਹਿੰਦੇ ਨੇ ਕਿ ਇਹਨਾਂ ਦੇ ਪੈਰ ਗਿੱਲੇ ਹੋ ਜਾਣ ਤੇ ਬਿਮਾਰ ਹੋ ਜਾਂਦੀਆਂ ਨੇ? ਨਹੀਂ ਜੀ ਨਹੀਂ। ਨਹੀਂ ਹੁੰਦੀਆਂ? ਨਹੀਂ ਹੁੰਦੀਆਂ। ਅੱਛਾ। ਤੇ ਤੁਸੀਂ ਇਹ ਜਿਹੜਾ ਸ਼ੈੱਡ ਸਾਦਾ ਜਿਹਾ ਬਣਾਇਆ ਹੈ ਇਹਦੇ ਵਿੱਚ ਐਨੀ ਕਸੀਰ ਤਾਦਾਦ 'ਚ ਬੱਕਰੀਆਂ ਆ ਜਾਂਦੀਆਂ ਨੇ ਜੀ? ਸਰ ਮਤਲਬ ਇਹਦੇ 'ਚ ਮੈਨੇਜ ਹੋ ਜਾਂਦਾ ਤੁਹਾਡਾ? ਹਾਂਜੀ। ਬਾਰਿਸ਼ 'ਚ ਇੱਥੇ ਵਾੜਦੇ ਹੋ? ਹਾਂਜੀ। ਤੇ ਸਰਦੀਆਂ 'ਚ? ਸਰਦੀਆਂ 'ਚ ਵੀ ਹੁਣ ਜੀ ਬਣਾਉਣਾ ਪਹਿਲਾਂ ਉਹ ਸਾਈਡ ਦੇ ਸੀ ਉਧਰੋਂ ਅਜੇ ਹੁਣ ਢਾਏ ਸੀ ਮਕਾਨ ਤੇ ਹੁਣ ਅਜੇ ਇੱਥੇ ਬਣਾਉਣੇ ਨੇ। ਨਹੀਂ ਪਿਛਲੇ ਸਾਲਾਂ 'ਚ ਕਿੱਥੇ ਡੱਕਦੇ ਰਹੇ ਹੋ ਸਰਦੀਆਂ 'ਚ?
ਕੁਛ ਇੱਥੇ ਤੇ ਕੁਛ ਘਰ ਪਿੰਡ ਗਏ ਚਲੇ। ਇਹ ਤੇ ਚਵਾਂ ਪਾਸੋਂ ਖੁੱਲਾ ਹੈ, ਇਹਨਾਂ ਨੂੰ ਠੰਡ ਨਹੀਂ ਲੱਗਦੀ? ਪੱਲੀਆਂ ਲਾ ਲਈਆਂ ਨੇ ਸਾਈਡ। ਅੱਛਾ। ਪੱਲੀਆਂ ਲਾਈ ਰੱਖੀਆਂ। ਅੱਛਾ, ਯਾਨੀ ਸਰਦੀਆਂ 'ਚ ਤੁਸੀਂ ਪੱਲੀਆਂ ਲਾ ਕੇ ਡੱਕਾ ਕਰ ਲੈਂਦੇ ਹੋ? ਹਾਂਜੀ। ਜ਼ਬਰਦਸਤ। ਇਹ ਪੱਲੀਆਂ ਲਾ ਕੇ ਤੁਸੀਂ ਓਪਨ ਜਿਹਾ ਸ਼ੈੱਡ, ਔਰ ਗਰਮੀਆਂ 'ਚ ਇਹਦਾ ਐਸ ਸ਼ੈੱਡ ਦਾ ਕੀ ਫਾਇਦਾ ਹੈ? ਹਵਾ ਲੱਗਦੀ ਤਾਂ ਲਾ ਦੇਈਆਂ ਨੇ ਫਿਰ। ਅੱਛਾ। ਹਾਂਜੀ। ਇਸ ਤੋਂ ਇਲਾਵਾ ਤੁਹਾਡੀ ਬੱਕਰੀਆਂ ਨੂੰ ਹੋਰ ਕਿਹੜੇ ਮਸਾਇਲ ਪੇਸ਼ ਆਉਂਦੇ ਨੇ ਬਿਮਾਰੀ ਦੀ ਸ਼ਕਲ 'ਚ? ਮੂੰਹ ਖੋਰਾ ਆ ਗਿਆ, ਮੋਕ ਲੱਗ ਗਈ। ਅੱਛਾ। ਤੇ ਮੂੰਹ ਪੱਕ ਗਿਆ। ਇਹਦਾ ਹੱਲ ਕੀ ਕਰਦੇ ਤੁਸੀਂ? ਬੜੇ ਪੁਰਾਣੇ ਆ ਜਿਹੜੀ ਹੋ, ਦੱਸੋ ਹਾਂ ਜਰਾ ਕੋਈ ਨੁਸਖਾ ਅੱਜ ਕੰਮ ਦਾ। ਇਹਦਾ ਜੀ ਡਾਕਟਰ ਕੋਲੋਂ ਦਵਾਈ ਲਈ ਦੀ, ਕੋਈ ਆਪਦੇ ਕੋਲੋਂ ਦੇਈ ਦੀ ਆ। ਜਵੈਣ ਦੇ ਤੇ ਲੂਣ ਦੇ ਤਾਂ ਤੁੰਮੇ ਕੁੱਟਦੇ, ਕੀ ਸੌਂਫ ਕੁੱਟਦੇ, ਇਸ ਤਰ੍ਹਾਂ ਕਰਦੇ ਜੀ। ਇਹ ਨਹੀਂ, ਕਈ ਦਫਾ ਕਈਆਂ ਬੰਦਿਆਂ ਕੋਲ ਡਾਕਟਰਾਂ ਕੋਲ ਵੀ ਜਾਈਏ ਨਾ ਤੇ ਬੱਕਰੀ ਠੀਕ ਨਾ ਹੁੰਦੀ ਹੋਏ ਤੇ ਉਹ ਆਂਦੇ ਜੀ ਕੋਈ ਪੁਰਾਣਾ ਆ ਜਿਹੜੀ ਢੂੰਡੋ, ਤੁਹਾਨੂੰ ਕੋਈ ਕੰਮ ਦਾ ਇਲਾਜ ਦੱਸੇਗਾ। ਤੁਹਾਨੂੰ ਕੋਈ ਕੰਮ ਦੇ 2-3 ਇਲਾਜ ਤੇ ਦੱਸੋ ਮੁਖਤਲਿਫ ਬਿਮਾਰੀਆਂ ਦੇ ਜਿਹੜੇ ਤੁਸੀਂ ਕਰਦੇ ਹੋ ਤੇ ਵਾਕਈ ਬੱਕਰੀਆਂ ਠੀਕ ਹੋ ਜਾਂਦੀਆਂ। ਮੋਕ ਲੱਗ ਜਾਏ, ਬਿਮਾਰੀ ਇਹ ਹੋਵੇ ਮੋਕ ਦੀ, ਸੌਂਫ ਹੋਵੇ। ਅੱਛਾ। ਪੀ ਲਵੇ। ਅੱਛਾ। ਤੇ ਪੱਕੀ ਲੱਸੀ ਜਿਹੜੀ ਆਪਾਂ ਚਾਟੀ ਵਾਲੀ ਪੀਨੇ ਆ ਜੀ ਜੀ, ਉਹਦੇ ਚ ਪਾ ਦੇ 2-3 ਦਫਾ 5-6 ਦਿਨ ਹੇਠ ਉੱਤੇ ਦਿਓ। ਅੱਛਾ। ਮੋਕ ਨਾ ਰਵੇ ਦੀ। ਅੱਛਾ ਜੀ। ਜਾਂ ਨਾਰਾਂ ਦੀ ਛਿੱਲ ਲੈ ਦੇ। ਅੱਛਾ। ਸੁਕਾ ਦੇ, ਪੀ ਦੇ, ਉਹ ਪਾਣੀ ਚ ਘੋਲ ਦੇ, ਉਹ ਦਿਓ, ਉਹਦੇ ਨਾਲ ਵੀ ਨਾ ਰਹਿ ਦੀ। ਅੱਛਾ। ਹਾਂਜੀ। ਤੇ ਮੋਕ ਦੀ ਸੂਰਤ ਚ ਜਾਨਵਰ ਨੂੰ ਮਸਲਾ ਕੀ ਪੇਸ਼ ਆਂਦਾ ਹੈ? ਉਹ ਅੰਦਰ ਮਾਤਾ ਹੋ ਜਾਂਦੀ ਏ। ਅੱਛਾ। ਜ਼ਿਆਦਾ ਦਿਨ ਲੱਗੀ ਰਵੇ ਮਾਤਾ ਹੋ ਜਾਂਦੀ ਏ। ਅੱਛਾ। ਉਹ ਫਿਰ ਨਹੀਂ ਕੰਟਰੋਲ ਹੁੰਦੀ ਤੇ ਲਾਲ ਹੋ ਜਾਂਦਾ। ਉਹ ਖਾਣਾ ਪੀਣਾ ਛੱਡ ਦਿੰਦਾ? ਹਾਂਜੀ। ਮੇਦਾ ਖਰਾਬ ਹੋ ਜਾਂਦਾ? ਹਾਂਜੀ। ਤੇ ਉਸ ਸੂਰਤ ਦਾ ਤੁਸੀਂ ਇਲਾਜ ਦੱਸਿਆ? ਹਾਂਜੀ। ਠੀਕ ਹੈ, ਬੜੀ ਜ਼ਬਰਦਸਤ ਤੁਸੀਂ ਟਿਪ ਦਿੱਤੀ ਹੈ। ਇਸ ਤੋਂ ਇਲਾਵਾ ਇਹ ਦੱਸੋ ਕਿ ਬਾਜ਼ ਦਫਾ ਬੰਦਾ ਇੱਕ ਜਗ੍ਹਾ ਤੋਂ ਬੱਕਰੀਆਂ ਦੂਸਰੀ ਜਗ੍ਹਾ ਤੇ ਲੈ ਕੇ ਜਾਂਦਾ ਹੈ। ਹਾਂਜੀ। ਉਹ ਪੱਠੇ ਖਾਣਾ ਛੱਡ ਜਾਂਦੀਆਂ, ਖਲੋ ਜਾਂਦੀਆਂ, ਉਹਨਾਂ ਦਾ ਕੀ ਹੱਲ ਹੋ ਸਕਦਾ? ਉਹ ਜੀ ਨਵੀਂ ਜੂਹ ਮਾਰਿਓ, ਇੱਥੋਂ ਦਾ ਹੁਣ ਪਾਣੀ ਹੋਰ ਹੁੰਦਾ, ਅੱਗੋਂ ਦਾ ਹੋਰ ਹੁੰਦਾ, ਚਰਦੀਆਂ ਨੇ। ਅੱਛਾ। ਵਾਧਾ ਘਾਟਾ ਪਾਣੀ ਦੇ ਜਰੀਏ ਹੋ ਚੱਲਦਾ ਤੇ ਤਾਂ ਹਟ ਜਾਂਦੀਆਂ ਨੇ। ਫਿਰ ਲੂਣ ਲਾਣ ਦੇਈਏ, ਮਸਾਲਾ ਦੇਈਏ, 5 ਗ੍ਰਾਮ ਦਾ ਟੀਕਾ ਲਾ ਦਈਏ ਜਾਂ 1 ਗ੍ਰਾਮ ਦਾ ਟੀਕਾ ਲਾ ਦਈਏ, ਉਹਦੇ ਨਾਲ ਸੈੱਟ ਹੋ ਜਾਂਦੀਆਂ ਨੇ। ਫਿਰ ਆਸਤੇ ਆਸਤੇ ਜੂਹ ਫੜ ਜਾਂਦੀਆਂ ਨੇ। ਅੱਛਾ। ਹਾਂਜੀ। ਯਾਨੀ 5 ਗ੍ਰਾਮ ਜਾਂ 1 ਗ੍ਰਾਮ ਦਾ ਟੀਕਾ ਪਲੱਸ ਥੋੜੀ ਹਾਜ਼ਮੇ ਦੀ ਦਵਾ ਦੇਵੋ ਤੇ ਆਸਤਾ ਆਸਤਾ ਸੈੱਟ ਹੋ ਜਾਂਦੀ। ਆਸਤਾ ਆਸਤਾ ਸੈੱਟ ਹੋ ਜਾਂਦੀ। ਜ਼ਿੰਦਗੀ ਦੇ ਤਜਰਬੇ ਦੇ ਨਿਚੋੜ 'ਚ ਦੱਸਣਾ ਜੇ, ਬਹੁਤਾ ਫਾਇਦਾ ਬੱਕਰੀ 'ਚ ਕਿ ਭੇਡ 'ਚ? ਬੱਕਰੀ 'ਚ ਵੀ ਜੇ ਤੇ ਭੇਡ 'ਚ ਵੀ। ਬਹੁਤਾ ਕਿਹਦੇ 'ਚ? ਦੋਵਾਂ 'ਚ ਹੀ। ਭੇਡ ਸਸਤੀ ਵਿਕਦੀ ਹੈ ਤੇ ਤੁਸੀਂ ਆਂਦੇ ਦੋਵਾਂ 'ਚ ਹੀ ਕੁਝ ਨਾ? ਉਹ ਭੇਡ ਸਾਲ 'ਚ 2 ਵਾਰਾਂ ਸੂ ਜਾਂਦੀ ਹੈ। ਅੱਛਾ। ਫਿਰ ਇਹਦਾ ਬੱਚਾ ਬੱਕਰੀ ਦਾ ਜਿਹੜਾ ਛੇਤੀ ਤਿਆਰ ਨਹੀਂ ਹੁੰਦਾ। ਅੱਛਾ। ਭੇਡ ਦਾ ਬੱਚਾ ਤਿਆਰ ਛੇਤੀ ਹੋ ਜਾਂਦਾ। ਅੱਛਾ। ਹਾਂਜੀ। ਤੇ ਬਿਮਾਰੀਆਂ ਇਹਨਾਂ ਦੋਵਾਂ 'ਚੋਂ ਕਿਹਨੂੰ ਬਹੁਤੀਆਂ ਲੱਗਦੀਆਂ? ਉਹ ਤਾਂ ਜਿੰਦੀ ਆਮ ਨਹੀਂ ਉਹਨੂੰ ਹੀ ਲੱਗਦੀ, ਉਵੇਂ ਅੱਲਾ ਕੀਤਾ ਲੱਗਦੀ ਨਹੀਂ ਦੀ। ਅੱਛਾ। ਹਾਂਜੀ। ਤੇ ਤੁਸੀਂ ਫਿਰ ਬੱਕਰੀਆਂ ਰੱਖੀਆਂ ਤੇ ਭੇਡਾਂ ਨਾ ਰੱਖੀਆਂ, ਤੁਸੀਂ ਦੱਸ ਰਹੇ ਹੋ ਭੇਡ 'ਚ ਫਾਇਦਾ ਬਹੁਤ ਹੈ, ਉਹ ਫਿਰ ਕਿਉਂ ਕੀਤਾ ਤੁਸੀਂ? ਬੱਕਰੀਆਂ ਕਿਉਂ ਰੱਖੀਆਂ? ਸਾਡੇ ਕੋਲ ਭੇਡਾਂ ਵੀ ਸੀ। ਅੱਛਾ। ਭੇਡਾਂ ਮੈਂ ਵੇਚ ਦਿੱਤੀਆਂ ਸੀ, ਪਹਿਲੀ ਬੈ ਲਈ ਸੀ ਕੋਈ। ਅੱਛਾ। ਉਦੋਂ ਕੱਲੀਆਂ ਭੇਡਾਂ ਹੀ ਭੇਡਾਂ ਸੀ। ਅੱਛਾ। ਤੇ ਫਿਰ ਭੇਡਾਂ ਦੇ ਦਿੱਤੀਆਂ, ਫਿਰ ਦੁਬਾਰੇ ਫਿਰ ਬੱਕਰੀਆਂ ਬਣਾਈਆਂ ਸੀ। ਅੱਛਾ। ਹਾਂਜੀ। ਯਾਨੀ ਭੇਡਾਂ ਹੋਣ ਤੇ ਫਿਰ ਪਹਿਲੀ ਤੋਂ ਹੋਣਾ ਜ਼ਰੂਰੀ ਹੈ? ਹਾਂਜੀ। ਉਹ ਕਿਉਂ? ਵੀ ਲੈ ਲੂ ਲਈ ਦੀ ਮੁੱਲ। ਅੱਛਾ। ਖਰੀਦ ਲਈ ਦੀ। ਅੱਛਾ। ਤੇ ਬੱਕਰੀਆਂ ਤੋਂ ਵੀ ਲੈ ਲਈ ਦੀ। ਅੱਛਾ। ਬੱਕਰੇ ਜਿਹੜੇ ਹੁਣ 5-7 ਲੱਖ ਦੇ 10 ਲੱਖ ਦੇ ਕੁਰਬਾਨੀ ਦੇ ਵਿਕਦੇ ਨੇ, ਕੋਈ ਦੁਆੜ ਕਿੱਲਾ ਫਸਾ ਲਈਦਾ ਸੀ। ਤੁਸੀਂ ਇਹ ਗੱਲ ਦੱਸੋ, ਹਾਂ ਤੁਸੀਂ ਤਜਰਬਾਕਾਰ ਕਿਸਾਨ ਲੱਗਣ ਦੇ ਹੋ, ਮੱਝਾਂ 'ਚ ਬਹੁਤਾ ਫਾਇਦਾ ਹੈ, ਗਾਈਆਂ 'ਚ ਬਹੁਤਾ ਫਾਇਦਾ ਜਾਂ ਬੱਕਰੀਆਂ 'ਚ? ਉਹ ਲਾਲਾ ਜੀ ਆਪੋ ਆਪਣਾ, ਜਿਹਨੇ ਕੋਈ ਕਾਰੋਬਾਰ ਆਪਦਾ ਕੀਤਾ ਉਹ ਆਪੋ ਆਪਣੇ ਕਾਰੋਬਾਰ ਦਾ ਆਪ ਨੂੰ ਫਾਇਦਾ ਹੁੰਦਾ। ਸਾਨੂੰ ਇਹਨਾਂ 'ਚ ਫਾਇਦਾ, ਅਸੀਂ ਇਹ ਰੱਖੀਆਂ ਨੇ। ਮੱਝਾਂ ਵਾਲਿਆਂ ਨੂੰ ਮੱਝਾਂ ਦਾ ਫਾਇਦਾ, ਮੱਝਾਂ ਵਾਲਿਆਂ ਨੂੰ ਮੱਝਾਂ ਰੱਖੀਆਂ ਨੇ। ਤੁਹਾਡਾ ਜ਼ਿਹਨ ਕੀ ਮੰਨਦਾ ਹੈ ਕਿ ਫਾਇਦਾ ਬਹੁਤਾ ਕਿਹਦੇ 'ਚ? ਯਾਨੀ ਮੱਝ ਅਗਰ ਤੁਸੀਂ 10 ਲੱਖ ਮੱਝ ਦਾ ਕਾਰੋਬਾਰ ਤੇ ਲਾਉਂਦੇ ਹੋ, 10 ਲੱਖ ਬੱਕਰੀ ਦੇ ਕਾਰੋਬਾਰ 'ਚ ਲਾਉਂਦੇ ਹੋ, ਬਹੁਤੇ ਕਿਹਦੇ 'ਚ ਬਚਾਓਗੇ? ਭੇਡਾਂ 'ਚ, ਬੱਕਰੀਆਂ 'ਚ। ਕਿੰਨੇ ਕੁ ਬਹੁਤੇ ਬਚਾ ਲੋਗੇ? ਸਹੀ ਬਚ ਜਾਂਦੇ ਨੇ ਜੀ। ਉਹ ਹੁਣ ਵੇਖਣਾ ਮਾੜਾ ਬੰਦਾ ਹੈ, 2.5-3 ਲੱਖ ਦੀ 4 ਲੱਖ ਦੀ ਮੱਝ ਨਹੀਂ ਲੈ ਸਕਦਾ ਜੀ ਜੀ। ਇਹ 1-2 ਲੱਖ ਦੇ ਭਾਰੂ ਲੈ ਲਵੇ, 10,000 ਹੀ ਲੈ ਲਵੇ, 12,000 ਹੀ ਲੈ ਲਵੇ, ਇਹਨਾਂ ਨਾਲ ਸਰਕਲ ਚੱਲ ਜਾਂਦਾ। ਅੱਛਾ। ਤੇ ਉਹ ਮਾੜਾ ਬੰਦਾ ਨਹੀਂ ਲੈ ਸਕਦਾ। ਚਾਚਾ ਜਾਨ ਬਹੁਤ ਸ਼ੁਕਰੀਆ, ਤੁਸੀਂ ਬੜੀ ਜ਼ਬਰਦਸਤ ਗੁਫ਼ਤਗੂ ਕੀਤੀ ਹੈ। अस्सलाम वालेकुम। वालेकुम सलाम।